ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਹੁਕਮਾਂ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਕਲਯੁਗ ਦੇ ਸਮੇਂ ਗੁਰੂ ਜੀ ਦੀ ਅਗਵਾਈ ਕਰ ਰਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਸਾਨੂੰ ਸਮਤ ਬਖਸ਼ੇ, ਬੁੱਧੀ ਬਖਸ਼ੇ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਗੁਰਮੁਖ ਪਿਆਰਿਓ, ਅਕਾਲ ਪੁਰਖ ਪਰਮਾਤਮਾ ਨੇ ਤੁਹਾਨੂੰ ਗਿਆਨ ਇੰਦਰੀਆਂ ਦਿੱਤੀਆਂ ਹਨ। ਤੁਸੀਂ ਗਿਆਨ ਇੰਦਰੀਆਂ 'ਤੇ ਕੰਟਰੋਲ ਕਿਵੇਂ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਭਾਈ ਤੁਸੀਂ ਬੋਲਣਾ ਕੀ ਆ, ਵੇਖਣਾ ਕੀ ਆ, ਸੁਣਨਾ ਕੀ ਆ। ਇਹ ਸਾਡੀਆਂ ਗਿਆਨ ਇੰਦਰੀਆਂ ਨੇ। ਅਸੀਂ ਸਿਫਾਰਿਸ਼ ਦਾ ਜਿਹੜਾ ਹੈ ਸਾਡਾ ਤੇ ਨੱਕ ਦੇ ਨਾਸਾਂ ਦੇ ਰਾਹੀਂ ਅਸੀਂ ਜੋ ਸੁੰਘਦੇ ਹਾਂ, ਇਹ ਸਾਡੀਆਂ ਗਿਆਨ ਇੰਦਰੀਆਂ ਨੇ। ਇਹਨਾਂ 'ਤੇ ਅਸੀਂ ਕੰਟਰੋਲ ਕਿੱਦਾਂ ਕਰਨਾ। ਜ਼ਿਆਦਾ ਸਾਨੂੰ ਤਿੰਨ ਇੰਦਰੀਆਂ 'ਤੇ ਕੰਟਰੋਲ ਕਰਨ ਦਾ ਕਿਹਾ ਗਿਆ ਕਿ ਜ਼ੁਬਾਨ ਦਾ, ਦੇਖਣ ਦਾ ਤੇ ਕੰਨਾਂ ਦਾ। ਅਸੀਂ ਜਿਹੜਾ ਜ਼ੁਬਾਨ ਦਾ ਹੈਗਾ, ਇਹਦੇ ਉੱਤੇ ਅਸੀਂ ਖਾਣ ਪੀਣ ਦਾ ਜਿਹੜਾ ਸੀਗਾ ਸਵਾਦ ਦਾ, ਇਹ ਸਾਡੇ ਸਿਫਾਰਿਸ਼ ਦੇ ਵਿੱਚ ਵੀ ਆ ਜਾਂਦਾ, ਕਿਉਂਕਿ ਸਾਡੀ ਜੋ ਜੀਭ ਹੈ ਇਸ ਦੇ ਉੱਪਰਲੇ ਪਾਸੇ ਦੀ ਜਿਹੜੀ ਲਹਿਰ ਆ ਉਹ ਸਵਾਦਾਂ ਦੇ ਨਾਲ ਰੱਜਦੀ ਹੀ ਨਹੀਂ, ਔਰ ਇੰਨੇ ਜ਼ਿਆਦਾ ਇਸ ਦੇ ਉੱਪਰ ਇਹ ਸਿਫਾਰਿਸ਼ ਕਰਦਿਆਂ ਸਾਰ ਹੀ ਸਾਨੂੰ ਇਹ ਸਵਾਦ ਦੇਣਾ ਸ਼ੁਰੂ ਕਰ ਦਿੰਦੀ। ਪਰ ਪਰਮਾਤਮਾ ਨੇ ਇਸ ਤਰ੍ਹਾਂ ਦਾ ਕੀਤਾ ਹੋਇਆ ਕਿ ਸਾਡੀ ਜੀਭ ਦੇ ਥੱਲੇ ਦੇ ਪਾਸੇ ਬਿਲਕੁਲ ਕਿਸੇ ਪ੍ਰਕਾਰ ਦਾ ਕੋਈ ਸਵਾਦ ਨਹੀਂ ਆਊਗਾ। ਜੇਕਰ ਅਸੀਂ ਪ੍ਰੈਕਟੀਕਲ ਕਰਦੇ ਹਾਂ, ਕਿਸੇ ਪ੍ਰਕਾਰ ਦਾ ਨਮਕ ਜਾਂ ਮਿੱਠਾ ਲੈ ਕੇ ਅਸੀਂ ਜੀਭ ਦੇ ਉੱਪਰਲੇ ਪਾਸੇ ਲਾਉਂਦੇ ਹਾਂ ਤਾਂ ਉਸ ਦਾ ਸਾਨੂੰ ਸਵਾਦ ਉਸੇ ਵੇਲੇ ਮਿਲ ਜਾਏਗਾ। ਜਿਹੜਾ ਸਾਡੇ ਥੱਲੇ ਦੇ ਪਾਸੇ ਹੈ, ਉਸ ਦੇ ਪਾਸੇ ਆਪਾਂ ਕੁਝ ਵੀ ਲਾਉਂਦੇ ਹਾਂ ਤਾਂ ਉਹ ਬਿਲਕੁਲ ਜਿਹੜਾ ਹੈਗਾ ਜੀ ਉਹਦਾ ਸਵਾਦ ਨਹੀਂ ਆਊਗਾ। ਇਸ ਕਰਕੇ ਸਾਨੂੰ ਇਹ ਜਿਹੜੀ ਸੀਗੀ ਕਿ ਜਿਹੜੀਆਂ ਜੀਵ ਹੈਗੀ ਆ ਸਵਾਦਾਂ ਨਾਲ ਰਾਜੀ ਨਹੀਂ ਰਹੀ ਹੈਗੀ, ਇਸ 'ਤੇ ਕੰਟਰੋਲ ਕਰਨ ਦਾ ਤਰੀਕਾ ਦੱਸਿਆ ਕਿ ਗੁਰਮੁਖ ਪਿਆਰਿਓ, ਜੇਕਰ ਤੁਸੀਂ ਆਪ ਸਿਮਰਨ ਇੰਨਾ ਜ਼ਿਆਦਾ ਕਰਨਾ ਪਓ, ਪਰਮਾਤਮਾ ਨੂੰ ਬਹੁਤ ਜ਼ਿਆਦਾ ਹਰ ਵੇਲੇ ਸਿਮਰਨ ਕਰਨਾ ਸ਼ੁਰੂ ਕਰ ਲਓ, ਸਵਾਸ ਗ੍ਰਾਸ ਤੁਸੀਂ ਸਿਮਰਨ ਕਰੋਗੇ ਤੇ ਤੁਹਾਨੂੰ ਜੀਭ ਦੇ ਉੱਪਰ ਕੰਟਰੋਲ ਹੋ ਜਾਏਗਾ, ਤੁਹਾਡਾ ਸਿਫਾਰਿਸ਼ ਦੇ ਉੱਪਰ ਵੀ ਕੰਟਰੋਲ ਹੋ ਗਿਆ। ਤਾਂ ਇੱਥੇ ਜਿਹੜਾ ਸੀਗਾ ਫਿਰ ਕੀ ਹੋਏਗਾ ਕਿ ਤੁਸੀਂ ਪਰਮਾਤਮਾ ਦਾ ਸਿਮਰਨ ਕਰਨ ਦਾ ਕਰਕੇ ਪਰਮਾਤਮਾ ਨੂੰ ਪਿਆਰ ਬਹੁਤ ਜ਼ਿਆਦਾ ਕਰਨ ਲੱਗ ਪਏ ਤਾਂ ਤੁਹਾਡਾ ਇਸ ਜ਼ੁਬਾਨ ਦੇ ਉੱਤੇ ਪਰਮਾਤਮਾ ਦਾ ਵਾਸਾ ਹੋ ਜਾਏਗਾ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਤਾਂ ਸਾਨੂੰ ਹੋਰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣ ਲੱਗ ਪੈਣਗੀਆਂ, ਤਾਂ ਸਾਨੂੰ ਇਸ ਜ਼ੁਬਾਨ ਦੇ ਉੱਪਰ ਸਾਡੇ ਕੰਟਰੋਲ ਹੋ ਜਾਏਗਾ। ਦੂਸਰਾ ਹੈ ਕਿ ਸਾਡੇ ਅੱਖਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਅੱਖੀਂ ਵੇਖਣ ਵਾਲੇ ਜੀਆਂ ਬਹੁਤ ਰੰਗ ਤਮਾਸ਼ੇ। ਅਸੀਂ ਜਿੰਨੇ ਵੀ ਰੰਗ ਤਮਾਸ਼ੇ ਦੇਖੀ ਜਾਂਦੇ ਹੈਗੇ ਆ, ਉਨੀ ਜ਼ਿਆਦਾ ਇਹ ਭੁੱਖ ਜ਼ਿਆਦਾ ਵਧੀ ਜਾਂਦੀ ਹੈ। ਇਸ 'ਤੇ ਕੰਟਰੋਲ ਕਰਨਾ ਅਸੀਂ ਕਿੱਦਾਂ ਕਰਾਂਗੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਗੁਰਮੁਖ ਪਿਆਰਿਓ, ਜਿਹੜੇ ਤੁਸੀਂ ਇਹ ਚੀਜ਼ਾਂ ਦੇਖਦੇ ਹਾਂ ਉਸ ਨੂੰ ਮੇਰਾ ਰੂਪ ਸਮਝੋ। ਜਿਹੜੇ ਆਦਮੀ ਸਿਮਰਨ ਕਰਦੇ ਹਨ, ਸਤਿਕਾਰ ਕਰਦੇ ਹਨ ਆਪਾਂ ਵੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ,
ਜਿਹੜੇ ਗੁਰੂ ਜੀ ਦਾ ਸਤਿਕਾਰ ਕਰਦੇ ਨੇ, ਅਕਾਲ ਪੁਰਖ ਦਾ ਸਤਿਕਾਰ ਕਰਦੇ ਨੇ, ਸਿਮਰਨ ਕਰ ਰਹੇ ਨੇ, ਉਹਨਾਂ ਦਾ ਆਪਾਂ ਸਤਿਕਾਰ ਕਰੀਏ ਤਾਂ ਸਾਡੀਆਂ ਅੱਖਾਂ ਜਿਹੜੀਆਂ ਸੀਗੀਆਂ ਜਿਹਨੂੰ ਵੀ ਦੇਖਣਗੀਆਂ ਸਿਰਫ ਪਰਮਾਤਮਾ ਹੀ ਦੇਖਣਗੀਆਂ, ਹੋਰ ਕੁਝ ਵੀ ਨਹੀਂ। ਕਿਉਂਕਿ ਅਸੀਂ ਜਿਸ ਵੇਲੇ ਅਸੀਂ ਦੇਖਦੇ ਹਾਂ, ਅਸੀਂ ਆਮ ਤੌਰ ਤੇ ਅਸੀਂ ਉਸ ਆਕਾਰ ਨੂੰ ਦੇਖਣ ਲੱਗ ਪੈਂਦੇ ਹਾਂ। ਉਹ ਜੋ ਕਰਨੀ ਕਰਦਾ ਸੀਗਾ ਉਹਦੇ ਵੱਲ ਸਾਡਾ ਬਿਲਕੁਲ ਧਿਆਨ ਨਹੀਂ ਜਾਂਦਾ, ਜਿਸ ਕਾਰਨ ਕਰਕੇ ਅਸੀਂ ਸਿਰਫ ਰੰਗਾਂ ਵਿੱਚ ਹੀ ਫਸੇ ਰਹਿੰਦੇ ਹਾਂ। ਜਿਸ ਵੇਲੇ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ ਕਿ ਜਿਹੜੇ ਗੁਰਮੁਖ ਸਿਮਰਨ ਕਰਦੇ ਹਨ, ਅਸੀਂ ਉਹਨਾਂ ਦਾ ਇਤਮਾਨ ਸਤਿਕਾਰ ਕਰਦੇ ਹਾਂ, ਤਾਂ ਸਾਡਾ ਅੱਖਾਂ ਦੇ ਉੱਤੇ ਦੇਖਣ ਦਾ ਵੀ ਸਾਨੂੰ ਜਿਹੜਾ ਹੈਗਾ ਕੰਟਰੋਲ ਹੋ ਜਾਏਗਾ। ਫਿਰ ਆਪਾਂ ਦੇਖਦੇ ਹਾਂ ਕਿ ਅਸੀਂ ਕੰਨਾਂ ਦੇ ਨਾਲ ਕੀ ਸੁਣਦੇ ਹਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਕਾਲ ਜਾਲ ਜੀਭਾ ਨੈਣੀ, ਕਾਨੀ ਕਾਲ ਸੁਣੇ ਬਿਖ ਪੈਣੀ, ਕਿ ਅਸੀਂ ਕੰਨਾਂ ਦੇ ਨਾਲ ਆਮ ਤੌਰ 'ਤੇ ਨਿੰਦਿਆ, ਚੁਗਲੀ, ਮਾੜੀ ਬਾਣੀ ਜਿਹੜੀ ਜ਼ਹਿਰ ਭਰੀ ਬਾਣੀ ਹੈ, ਬਿਖ ਬਾਣੀ ਜ਼ਹਿਰ ਵਾਲੀ ਜਿਹੜੀ ਆ, ਉਹ ਅਸੀਂ ਸੁਣਨ ਨੂੰ ਇੱਕਦਮ ਤਿਆਰ ਹੁੰਦੇ ਆ। ਜਿੱਥੇ ਕਿਤੇ ਕੋਈ ਵੀ ਮਾੜੇ ਬਚਨ ਬੋਲਦਾ ਉਹ ਅਸੀਂ ਇੱਕਦਮ ਸੁਣਦੇ ਆ। ਜੇਕਰ ਕੋਈ ਰੱਬ ਦਾ ਨਾਮ ਲੈਂਦਾ ਤੇ ਅਸੀਂ ਉਸ ਦਾ ਬਿਲਕੁਲ ਸੁਣ ਕੇ ਖੁਸ਼ ਨਹੀਂ। ਹੁਣ ਅਸੀਂ ਜਿਸ ਵੇਲੇ ਅਸੀਂ ਜਿਹੜਾ ਸੁਣਨ ਵਾਲੇ ਸੀਗੇ, ਅਸੀਂ ਸਿਰਫ ਉਸ ਦੀ ਆਵਾਜ਼ ਨੂੰ ਹੀ ਅਸੀਂ ਸੁਣਨਾ ਸ਼ੁਰੂ ਕਰਤਾ, ਜਿਸ ਨੂੰ ਨਾਦ ਕਿਹਾ ਗਿਆ ਹੈਗਾ, ਤਾਂ ਅਸੀਂ ਕੰਨਾਂ ਦੇ ਉੱਤੇ ਵੀ ਸਾਡੇ ਕੰਟਰੋਲ ਹੋ ਜਾਏਗਾ ਕਿ ਅਸੀਂ ਦੇਖਦੇ ਹਾਂ ਤਾਂ ਸਿਰਫ ਰੱਬ ਦੇਖਦੇ ਹੈਗੇ ਆ, ਸੁਣਦੇ ਹਾਂ ਤਾਂ ਸਿਰਫ ਅਸੀਂ ਸੱਚ ਸੁਣਨ ਲੱਗ ਪਏ। ਇਹ ਸਰਵਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ, ਕਿ ਪਰਮਾਤਮਾ ਨੇ ਸਾਨੂੰ ਕੰਨ ਜਿਹੜੇ ਦਿੱਤੇ ਹੈਗੇ ਨੇ ਉਹ ਸੱਚੀ ਆਵਾਜ਼ ਸੁਣਨ ਵਾਸਤੇ ਸਾਨੂੰ ਦਿੱਤੇ ਨੇ। ਇਸ ਤਰੀਕੇ ਦੇ ਨਾਲ ਅਸੀਂ ਇਹ ਆਪਣੇ ਕੰਟਰੋਲ ਕਰ ਲਾਂਗੇ। ਜਿਸ ਵੇਲੇ ਅਸੀਂ ਇਹ ਗਿਆਨ ਇੰਦਰੀਆਂ ਦੇ ਉੱਤੇ ਇੰਨਾ ਕੰਟਰੋਲ ਕਰ ਲਿਆ ਤਾਂ ਫਿਰ ਆਪਾਂ ਨੂੰ ਮਹਿਸੂਸ ਹੋਏਗਾ ਕਿ ਅਸੀਂ ਜੋ ਹੁਣ ਅਸੀਂ ਆਮ ਤੌਰ 'ਤੇ ਸਾਨੂੰ ਸੁਗੰਧਤ ਆਉਂਦੀ ਹੈ, ਅਸੀਂ ਕਿਸੇ ਦੇ ਜਾਂਦੇ ਹਾਂ ਜਾਂ ਕਈ ਵਾਰੀ ਰਸਤੇ ਵਿੱਚ ਜਾਂਦੇ ਹਾਂ, ਜਾਂਦਿਆਂ ਸਾਨੂੰ ਕਈ ਵਾਰੀ ਸਮੈਲ ਬਹੁਤ ਵਧੀਆ ਖੁਸ਼ਬੂ ਹੁੰਦੀ ਹੈ। ਉਹ ਖੁਸ਼ਬੂ ਆਮ ਤੌਰ 'ਤੇ ਸਾਨੂੰ ਚੰਦਨ ਦੀ ਜਿਸ ਤਰ੍ਹਾਂ ਲੱਕੜ ਹੁੰਦੀ ਆ, ਇਸ ਤਰ੍ਹਾਂ ਦੀ ਹੀ ਸਾਨੂੰ ਖੁਸ਼ਬੂ ਆਉਂਦੀ ਹੈ। ਅਤੇ ਸਾਡੇ ਪੁਰਾਤਨ ਸਮੇਂ ਤੋਂ ਜਿਹੜੀ ਇੱਕ ਰੀਤ ਬਣਾਈ ਗਈ ਕਿ ਜਿਸ ਵੇਲੇ ਕੋਈ ਵੀ ਪ੍ਰਾਣੀ ਚੜ੍ਹਾਈ ਕਰ ਜਾਂਦਾ, ਉਹਦੀ ਜਿਸ ਵੇਲੇ ਆਪਾਂ ਸਮੱਗਰੀ ਲੈ ਕੇ ਆਉਂਦੇ ਹੈਗੇ ਆ ਸੰਸਕਾਰ ਕਰਨ ਵਾਲੀ, ਤਾਂ ਉਹਦੇ ਵਿੱਚ ਛੋਟਾ ਜਿਹਾ ਪੀਸ ਇੱਕ ਚੰਦਨ ਦੀ ਲੱਕੜੀ ਦਾ ਵੀ ਦੇ ਦਿੰਦਾ। ਉਹ ਇਸ ਕਰਕੇ ਚੰਦਨ ਦੀ ਲੱਕੜੀ ਪਾਉਂਦੇ ਆ ਕਿ ਉਸ ਦੇ ਸ਼ਮਸ਼ਾਨ ਘਾਟ ਨੂੰ ਜਿਸ ਵੇਲੇ ਅਸੀਂ ਚਿਖਾ ਨੂੰ ਅੱਗ ਲਾਵਾਂਗੇ ਤਾਂ ਉਹਦੇ ਵਿੱਚੋਂ ਵੀ ਸਮੈਲ ਚੰਦਨ ਦੀ ਆਵੇ। ਪਰ ਉਹ ਤਾਂ ਅਸੀਂ ਡੁਪਲੀਕੇਟ ਪੈਦਾ ਕਰ ਰਹੇ ਪਏ। ਅਸੀਂ ਵਹਿਮ ਭਰਮ ਦੇ ਵਿੱਚ, ਕਰਮ ਕਾਂਡ ਦੇ ਵਿੱਚ ਫਸ ਗਏ। ਪਰ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਸ ਵੇਲੇ ਅਸੀਂ ਇਸ ਤਰੀਕੇ ਦੇ ਨਾਲ ਆਪਣੀਆਂ ਗਿਆਨ ਇੰਦਰੀਆਂ 'ਤੇ ਕੰਟਰੋਲ ਕਰਕੇ ਅਸੀਂ ਸਿਮਰਨ ਕਰਨਾ ਸ਼ੁਰੂ ਕਰਤਾ, ਜੋ ਆਸਾ ਦੀ ਵਾਰ ਦੇ ਵਿੱਚ ਦੱਸਦੇ ਨੇ ਤਗ ਨਾ ਇੰਦਰੀ ਤਗ ਨਾ ਕੀ, ਅਸੀਂ ਆਪਣੀ ਸੋਚ ਦੇ ਉੱਤੇ ਕੰਟਰੋਲ ਕਰ ਲਿਆ ਕਿ ਅਸੀਂ ਵਧੀਆ ਸੋਚ ਹੀ ਕਰਨੀ ਹੈਗੀ ਆ, ਅਸੀਂ ਮਾੜੀ ਸੋਚ ਨੂੰ ਲਾਗੇ ਨਹੀਂ ਆਉਣ ਦੇਣਾ। ਅਸੀਂ ਜਿਹੜਾ ਸਪਰਸ਼ ਦੀ ਹੈਗੀ ਆ ਉਹ 'ਤੇ ਵੀ ਸਾਡਾ ਕੰਟਰੋਲ ਹੋ ਜਾਏਗਾ। ਅਸੀਂ ਉੱਚੀ ਸਿਮਰਨ ਕਰਨਾ ਸ਼ੁਰੂ ਕਰ ਲਾਂਗੇ, ਜਿਹਨੂੰ ਵੇਖਰੀ ਬਾਣੀ ਦੇ ਵਿੱਚ ਕਹਿੰਦੇ ਹਾਂ। ਤਾਂ ਸਾਨੂੰ ਜਿਹੜਾ ਹੈਗਾ ਬਿਲਕੁਲ ਸੁਗੰਧਤ ਆਵੇਗੀ ਆਟੋਮੈਟਿਕਲੀ, ਕਿ ਜਿਸ ਤਰ੍ਹਾਂ ਚੰਦਨ ਦੀ ਲੱਕੜੀ ਹੁੰਦੀ ਹੈ। ਆਪਾਂ ਇਹ ਚੀਜ਼ ਸਮਝਣੀ ਹੈ। ਜਿਸ ਵੇਲੇ ਸਾਨੂੰ ਇਹ ਸਮੈਲ ਵੀ ਆਉਣ ਲੱਗ ਪਈ ਤਾਂ ਸਮਝ ਲਓ ਕਿ ਸਾਡੇ 'ਤੇ ਪਰਮਾਤਮਾ ਨੇ ਅਪਾਰ ਕਿਰਪਾ ਕਰ ਦਿੱਤੀ ਕਿ ਸਾਨੂੰ ਇਹ ਗਿਆਨ ਇੰਦਰੀਆਂ ਸਾਡੀਆਂ ਇੱਥੇ ਕੰਟਰੋਲ ਹੋ ਗਿਆ। ਹੁਣ ਜਿਹੜਾ ਅਸੀਂ ਪਰਮਾਤਮਾ ਨੂੰ ਮਿਲਾਪ ਕਰਨ ਦਾ ਹੈਗਾ, ਉਹਦੇ ਵੀ ਇਹ 4 ਤਰੀਕੇ ਨੇ। ਸਭ ਤੋਂ ਪਹਿਲਾ ਹੈ ਕਿ ਅਸੀਂ ਜਿਸ ਵੇਲੇ ਅਸੀਂ ਸਵਾਸ ਗ੍ਰਾਸ ਸਿਮਰਨ ਕਰਦੇ ਹਾਂ, ਅਸੀਂ ਜ਼ੁਬਾਨ ਦੇ ਰਾਹੀਂ ਉਸ ਨੂੰ ਬੋਲਦੇ ਹਾਂ। ਜਦੋਂ ਬੋਲਦੇ ਹਾਂ ਤਾਂ ਜਿਵੇਂ ਭਗਤ ਕਬੀਰ ਜੀ ਦੱਸਦੇ ਹਨ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਅਤੇ ਉਹ ਰਾਮ ਦਾ ਵਾਸਾ ਜਿਹੜਾ ਸੀ ਉਹ ਸਾਡੇ ਜ਼ੁਬਾਨ 'ਤੇ ਹੋ ਗਿਆ। ਫਿਰ ਅਸੀਂ ਜੋ ਹੈ ਅਸੀਂ ਅੱਖਾਂ ਨਾਲ ਦੇਖ ਕੇ ਕਿ ਅਸੀਂ ਪਰਮਾਤਮਾ ਨੂੰ ਪ੍ਰਤੱਖ ਦੇਖਣਾ, ਜਿਹੜਾ ਸਾਹਮਣੇ ਸਪਸ਼ਟ ਦੇਖਣਾ ਹੈ, ਉਹ ਅਸੀਂ ਜਿਸ ਵੇਲੇ ਅਭਿਆਸ ਕਰਦੇ ਹਾਂ ਕਿ ਅਸੀਂ ਸਵਾਸ ਗ੍ਰਾਸ ਸਿਮਰਨ ਕਰਕੇ ਆਨੰਦ ਸ਼ਬਦ ਪਰਮਾਤਮਾ ਦਾ ਜੋ ਨਾਮ ਹੈ ਉਸ ਨੂੰ ਅਸੀਂ ਪ੍ਰਾਪਤ ਕਰ ਲਿਆ,
ਪ੍ਰਾਪਤ ਕਰਨ ਤੋਂ ਬਾਅਦ ਦੇ ਵਿੱਚ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਗਿਆ। ਅਸੀਂ ਅੰਮ੍ਰਿਤ ਸਾਡੇ ਉਹ ਅੰਦਰੋਂ ਆਊਗਾ, ਉਹ ਬਿਲਕੁਲ ਮਿਠਾਸ ਆ, ਬਹੁਤ ਜ਼ਿਆਦਾ ਮਿੱਠਾ ਹੁੰਦਾ। ਜਿਸ ਵੇਲੇ ਆਪਾਂ ਉਹ ਅੰਮ੍ਰਿਤ ਅੰਦਰੋਂ ਆਉਣ ਲੱਗ ਪਿਆ, ਅਸੀਂ ਆਪਣੀਆਂ ਅੱਖਾਂ ਬਣਾ ਕੇ ਅੱਖਾਂ ਨੂੰ ਥੋੜ੍ਹਾ ਜਿਹਾ ਅਸੀਂ ਕਲੋਜ਼ ਕਰਦੇ ਹਾਂ ਤਾਂ ਸਾਨੂੰ ਬਿਲਕੁਲ ਧੁੰਦਲਾਪਨ ਦਿਸਣ ਲੱਗ ਪੈਂਦਾ। ਅਸੀਂ ਉਸ ਨੂੰ ਦੇਖ ਸਕਦੇ ਹੈਗੇ ਆ। ਜਿਸ ਵੇਲੇ ਪ੍ਰੈਕਟੀਕਲ ਕਰੀ ਜਾਂਦੇ ਆ ਤਾਂ ਸਾਨੂੰ ਪਹਿਲਾਂ ਧੁੰਦ ਦਿਖਾਈ ਦਿੰਦੀ ਆ, ਉਸ ਤੋਂ ਬਾਅਦ ਵਿੱਚ ਉਸ ਦੇ ਵਿੱਚ ਮਨ ਦੀ ਜੋਤ ਦਿਖਾਈ ਦਿੰਦੀ ਆ, ਫਿਰ ਸਾਨੂੰ ਆਤਮਾ ਦੀ ਜੋਤ ਦਿਖਾਈ ਦਿੰਦੀ ਆ, ਫਿਰ ਸੱਚ ਦਾ ਜਿਹੜਾ ਪ੍ਰਕਾਸ਼ ਆ ਸਾਨੂੰ ਉਹ ਦਿਖਾਈ ਦਿੰਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਵੀ ਆਪਾਂ ਨੂੰ ਸਮਝਾਇਆ ਗਿਆ ਕਿ ਪਰ ਸੱਚ ਜੋ ਹੈ ਉਹ ਪ੍ਰਕਾਸ਼ ਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਵਿੱਚ ਵੀ ਸਾਨੂੰ ਦੱਸਿਆ ਕਿ ਜਿਹੜਾ ਧਿਆਨ ਤਰੋ ਤਹਿ ਕੋ ਅਮਤੋਜ ਸਭੇ ਜਗ ਛਾਇਓ, ਕਿ ਜਿਹੜਾ ਸਾਰੇ ਜੱਗ ਦੇ ਉੱਪਰ ਛਾਇਆ ਹੋਇਆ ਹੈਗਾ ਆ ਉਹ ਪ੍ਰਕਾਸ਼ ਰੂਪੀ ਹੈ। ਕਿ ਜਿਸ ਵੇਲੇ ਅਸੀਂ ਪ੍ਰਕਾਸ਼ ਨੂੰ ਅਸੀਂ ਸੁਣਦੇ ਦੇਖਦੇ ਹੈਗੇ ਆ, ਉਸ ਵੇਲੇ ਅਸੀਂ ਪ੍ਰਕਾਸ਼ ਨੂੰ ਹੀ ਦੇਖਦੇ ਹੈਗੇ ਆ, ਤਾਂ ਸਾਡਾ ਇਹ ਅੱਖਾਂ ਦੇ ਨਾਲ ਪਰਮਾਤਮਾ ਦੇ ਨਾਲ ਸਾਡਾ ਇਹ ਮਿਲਾਪ ਹੋ ਗਿਆ, ਅਸੀਂ ਉਸ ਨੂੰ ਦੇਖ ਲਿਆ। ਫਿਰ ਹੈ ਕਿ ਚੌਥਾ ਹੈ ਕਿ ਅਸੀਂ ਜਿਸ ਵੇਲੇ ਸੌ ਜਾਂਦੇ ਸਾਨੂੰ ਕਈ ਵਾਰੀ ਸੁਪਨੇ ਆ ਜਾਂਦੇ। ਜਿਸ ਵੇਲੇ ਸੁਪਨਾ ਆਉਂਦਾ ਹੈਗਾ ਤਾਂ ਕਈ ਵਾਰੀ ਅਸੀਂ ਪਰਮਾਤਮਾ ਦੇ ਕੋਲ ਬੈਠੇ ਹੋਈਦਾ, ਜਾਂ ਕਿਸੇ ਸਾਧੂ ਦੇ ਸੰਗ ਬੈਠੇ ਹੋਈਦਾ, ਜਾਂ ਅਸੀਂ ਸੁਪਨੇ ਦੇ ਵਿੱਚ ਕਿਸੇ ਬ੍ਰਹਮ ਗਿਆਨੀ ਦੇ ਕੋਲ ਬੈਠੇ ਆ, ਜਾਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੁਪਨੇ ਦੇ ਵਿੱਚ ਮੱਥਾ ਟੇਕਦੇ ਹਾਂ, ਤਾਂ ਉਸ ਤਰੀਕੇ ਦੇ ਨਾਲ ਵੀ ਅਸੀਂ ਪਰਮਾਤਮਾ ਨੂੰ ਦੇਖ ਲੈਂਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਨੀਂਦ ਸੁਭਾਗੜੀ ਹੈ, ਕਿ ਉਹ ਮੇਰੀ ਨੀਂਦ ਇੰਨੀ ਜ਼ਿਆਦਾ ਸੁਭਾਗੜੀ ਹੈਗੀ ਆ, ਜਿਹੜੀ ਮੈਨੂੰ ਅੱਜ ਨੀਂਦ ਆਈ ਕਿ ਇਹਦੇ ਵਿੱਚ ਮੈਂ ਵਸਿਆ ਹਾਂ ਤਾਂ ਪ੍ਰਭ ਦੇ ਸੰਗ। ਉਹ ਕਹਿੰਦੇ ਨੇ ਜਾਗਣ ਸੇ ਸੁਪਨਾ ਭਲਾ, ਜੋ ਵਸੇ ਪ੍ਰਭ ਕੇ ਸੰਗ, ਕਿ ਅਸੀਂ ਪਰਮਾਤਮਾ ਦੇ ਸੰਗ ਜਿਹੜਾ ਸੀਗਾ ਅਸੀਂ ਉਹ ਵਸ ਰਹੇ ਹਾਂ। ਅਸੀਂ ਕਿਵੇਂ ਕਿ ਸੁਪਨੇ ਦੇ ਵਿੱਚ, ਅਸੀਂ ਸੁਪਨੇ ਦੇ ਵਿੱਚ ਹੀ ਪਰਮਾਤਮਾ ਨੂੰ ਦੇਖਿਆ ਕਿ ਪਰਮਾਤਮਾ ਦੇ ਸੰਗ ਰਹੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਹੀ ਸਮਝਾਉਂਦੇ ਨੇ ਕਿ ਭਾਈ ਉਹ ਨੀਂਦ ਸਾਡੀ, ਉਹ ਸੌਣਾ ਸਾਡਾ ਜਾਗਣ ਨਾਲੋਂ ਬਹੁਤ ਹੀ ਜ਼ਿਆਦਾ ਚੰਗਾ ਹੋ ਗਿਆ ਕਿ ਅਸੀਂ ਪਰਮਾਤਮਾ ਦੇ ਅਸੀਂ ਸੰਗ ਸੁੱਤੇ। ਅਸੀਂ ਸੁੱਤਿਆਂ ਪਿਆ ਹੀ ਅਸੀਂ ਪਰਮਾਤਮਾ ਨੂੰ ਦੇਖਿਆ। ਗੁਰਮੁਖ ਪਿਆਰਿਓ, ਇਹ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਜਾਂਦਾ, ਪਰ ਸਾਨੂੰ ਇਹ 'ਤੇ ਪ੍ਰੈਕਟੀਕਲ ਕਰਨਾ ਪੈਂਦਾ। ਪ੍ਰੈਕਟੀਕਲ ਕਿਹੜਾ ਕਰਨਾ? ਬਹੁਤ ਸੌਖਾ ਕਿ ਸਾਡੇ ਸਵਾਸ ਅੰਦਰ ਜਾਂਦਾ ਆ, ਅਸੀਂ ਵਾਹੇ ਕਹਿਣਾ, ਬਾਹਰ ਆਉਣ 'ਤੇ ਗੁਰੂ ਕਹਿਣਾ ਹੈਗਾ। ਅਸੀਂ ਆਪਣੇ ਬੁੱਲ ਨਹੀਂ ਹਿਲਾਉਣੇ। ਫਿਰ ਅਸੀਂ ਇਸ ਆਵਾਜ਼ ਨੂੰ ਹੀ ਸੁਣਾਂਗੇ। ਇਸ ਆਵਾਜ਼ ਨੂੰ ਸੁਣਦੇ ਹੋਏ ਅਸੀਂ ਕੰਨਾਂ ਦੇ ਨਾਲ ਸਾਡੇ ਅੰਦਰੋਂ ਆਵਾਜ਼ ਆਊਗੀ, ਉਹ ਪਰਮਾਤਮਾ ਦੇ ਨਾਮ ਦੀ ਆਵਾਜ਼ ਆ। ਉਸ ਨੂੰ ਆਨੰਦ ਸ਼ਬਦ, ਉਸ ਨੂੰ ਸੱਚੀ ਬਾਣੀ, ਉਸ ਨੂੰ ਸ਼ਬਦ, ਉਸ ਨੂੰ ਧਮਾਕਾ ਹੋਇਆ ਵੀ ਕਿਹਾ ਗਿਆ। ਉਸ ਨੂੰ ਬਹੁਤ ਸਾਰੇ ਉਸ ਦੇ ਨਾਮ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਅਸੰਖ ਨਾਮ ਅਸੰਖ ਬਹੁਤ ਸਾਰੇ ਨਾਮ ਨੇ, ਜਪ ਤਪ ਬਹੁਤ ਸਾਰੇ ਨੇ। ਪਰ ਜਿਹੜਾ ਹੈਗਾ ਕਿ ਅਸੀਂ ਕਰਨ ਦਾ ਸਭ ਤੋਂ ਸੌਖਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਇੱਕੋ ਇੱਕ ਸਮਝਾਉਂਦੇ ਨੇ, ਪਰ ਇੱਕ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਸਵਾਸ ਗ੍ਰਾਸ ਸਿਮਰਨ ਕਰਕੇ ਆਪਣੇ ਜੀਵਨ ਦੇ ਜਿੰਨੇ ਵੀ ਸਵਾਸ ਆਉਂਦੇ ਆ ਉਹਨਾਂ ਦੇ ਉੱਪਰ ਤੁਸੀਂ ਵਾਹਿਗੁਰੂ ਦੀ ਮੋਹਰ ਲਾ ਦਿਓ। ਜਿਸ ਵੇਲੇ ਮੋਹਰ ਲਾ ਦਿਓਗੇ ਤਾਂ ਤੁਹਾਡੇ ਕੋਲ ਇਹ ਧਨ ਇਕੱਠਾ ਹੋ ਜਾਏਗਾ। ਉਹ ਤੋਲ ਕੇ ਦੇਣ ਵਾਲਾ ਤੁਹਾਡੇ ਅੰਦਰ ਬੈਠਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਹੁਣ ਤੁਹਾਨੂੰ ਤੋਲ ਕੇ ਹੀ ਇਹ ਦਾਤਾਂ ਦੇਣੀਆਂ। ਤੋ ਜਿੰਨੀਆਂ ਵੀ ਦਾਤਾਂ ਆ ਸਾਰੀਆਂ ਪਰਮਾਤਮਾ ਦੇ ਹੱਥ ਵੱਸ ਹੈਗੀਆਂ। ਜੋ ਸਾਨੂੰ ਦੁੱਖ ਸੁੱਖ ਦਿੰਦਾ ਹੈਗਾ ਇਹ ਉਹਦੀਆਂ ਹੀ ਦਾਤਾਂ ਹਨ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਕਿਹੜੇ ਤਰੀਕੇ ਦੇ ਨਾਲ ਆਪਾਂ ਪਰਮਾਤਮਾ ਦਾ ਜਿਹੜਾ ਹੈ ਸਿਮਰਨ ਕਰਨਾ, ਉਸ ਦਾ ਅਸੀਂ ਸ਼ੁਕਰੀਆ ਅਦਾ ਕਰਨਾ ਕਿ ਸਾਨੂੰ ਮਨੁੱਖਾ ਦੇਹੀ ਦਿੱਤੀ ਆ, ਤਾਂ ਕਿ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰਕੇ ਆਪਣੇ ਇਸ ਜੀਵਨ ਨੂੰ ਸਫਲ ਕਰ ਸਕੀਏ। ਸੋ ਇਹ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ। ਸੰਗਤ ਤੇ ਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਮੇਰਾ ਕੰਟੈਕਟ ਨੰਬਰ ਹੈ ਜੀ ਕਿ ਭਾਈ ਗੁਰਮੇਲ ਸਿੰਘ, ਪਿੰਡ ਮੰਡ ਜਲੰਧਰ। ਟੈਲੀਫੋਨ ਨੰਬਰ 97791 41501। ਤੇ YouTube ਤੇ ਹੈ ਜੀ ਕਿ ਪ੍ਰਭ ਕਾ ਸਿਮਰਨ ਕੇਂਦਰ, ਸਰਚ ਤੇ ਜਾ ਕੇ ਕੱਢੋਗੇ ਤੇ ਇਹਦੇ ਵਿੱਚੋਂ ਵੀ ਤੁਸੀਂ ਇਹ ਪ੍ਰਾਪਤ ਕਰ ਸਕਦੇ ਹੋ। ਸੋ ਮੇਰੀ ਗਲਤੀ ਮੈਨੂੰ ਦੱਸਣ ਦੀ ਕਿਰਪਾਲਤਾ ਕਰਨੀ, ਤਾਂ ਕਿ ਮੈਂ ਆਪਣਾ ਸੁਧਾਰ ਕਰਕੇ ਬਹੁਤ ਜ਼ਿਆਦਾ ਖੁਸ਼ ਹੋਵਾਂਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।